मोदी ने पंडियां पा के लोगों को जातां मजहबां दे नां ते लड़ाया। बॉलीवुड च बंडी पाती वो बंडे पे, तुसीं मदर मीडिया जिहड़ा ਉਹ 'ਚ भी पाता है पाठक वो भी बंडे पे। गोरियां वाली नीति पूरी इन्हां दी भी फुੱਟ पाओ ते राज करो। ਇਹਨੇ ਜਿਹੜਾ ਸਾਡੀਆਂ ਮਾਤਾਵਾਂ ਨੂੰ ਕਿਹਾ ਉਹਨਾਂ ਦੇ ਘਰਾਂ 'ਚ ਇਹ ਰਿਵਾਜ ਹੋਣਾ ਹੈ ਨਾ। 100 ਰੁਪਏ ਤੇ ਤੁਸੀਂ ਸਾਡੀ ਮਾਂ ਦੀ ਇਹ ਵੈਲਿਊ ਪਾ ਰਹੇ ਹੋ, ਆਪਣੀ ਮਾਂ ਦੀ ਤੁਸੀਂ ਇਹ ਕੀਮਤ ਪਾ ਰਹੇ ਹੋ। ਜੇ ਆਪਣੇ ਹੱਕ ਮੰਗਣਾ ਬਾਗੀ ਹੈ ਅੱਤਵਾਦੀ ਆ ਤਾਂ ਹਾਂ ਅਸੀਂ ਹਾਂ ਬਾਗੀ ਯਾਰ, ਅਸੀਂ ਆਪਣਾ ਹੱਕ ਮੰਗਦੇ ਆ। ਸਾਨੂੰ ਹੱਕ ਮੰਗਣ ਦਾ ਵੀ ਕੋਈ ਲੋਕਤੰਤਰ ਦੇ ਵਿੱਚ ਆਪਣਾ ਹੱਕ है नहीं गा सानू। ऐसे मोदी मीडिया की चाल है कि मुसलमान को और हिंदुस्तान के लोगों को आपस में खराब करने की। ਸਤਿ ਸ਼੍ਰੀ ਅਕਾਲ ਜੀ, ਮੈਂ ਪਰਮਿੰਦਰਜੀਤ ਸਿੰਘ ਗੋਗਨਾ। ਤੁਸੀਂ ਦੇਖ ਰਹੇ ਹੋ ਪ੍ਰਾਈਮ। ਉਹਦੇ ਜਿਹੜਾ ਖੇਤੀਬਾੜੀ ਕਾਨੂੰਨ ਲਿਆਂਦਾ ਗਿਆ ਸੈਂਟਰ ਵੱਲੋਂ, ਉਹਦੇ ਵਿਰੋਧ ਦੇ ਵਿੱਚ ਜਿੱਥੇ ਰਾਜਨੀਤਿਕ ਪਾਰਟੀਆਂ ਜਾਂ ਸਮਾਜਿਕ ਜਿਹੜੇ ਪਾਰਟੀਆਂ ਜਾਂ ਕਲਾਕਾਰ ਆ ਉਹ ਉੱਭਰ ਕੇ ਸਾਹਮਣੇ ਆ ਰਹੇ ਆ, ਆਪਣਾ ਸਮਰਥਨ ਦੇ ਰਹੇ ਆ ਹਰ ਤਰ੍ਹਾਂ ਦੇ ਨਾਲ। ਉਸੇ ਤਹਿਤ ਅੱਜ ਜਲੰਧਰ ਵਿੱਚ ਗੁਰਲੇਜ ਅਖਤਰ ਅਤੇ ਮਾਸਟਰ ਸਲੀਮ ਜਿਹੜਾ ਇਹਨਾਂ ਨੇ ਕੈਂਡਲ ਮਾਰਚ ਜਿਹੜਾ ਇਹਦੇ ਵਿਰੋਧ ਦੇ ਵਿੱਚ ਕੈਂਡਲ ਮਾਰਚ ਕਰ ਰਹੇ ਆ। ਉਸੇ ਸੰਦਰਭ ਦੇ ਵਿੱਚ ਕੈਂਡਲ ਮਾਰਚ ਕੱਢਿਆ ਜਾ ਰਿਹਾ। ਉਹ ਤੁਹਾਡੇ ਨਾਲ ਅਸੀਂ ਗੱਲਬਾਤ ਕਰਵਾਵਾਂਗੇ ਕੀ ਇਹਨਾਂ ਦਾ ਕਹਿਣਾ ਹੈ ਤੇ ਇਹੋ ਜਿਹੇ ਜਿਹੜੇ ਕਾਨੂੰਨ ਪਾਸ ਕੀਤੇ ਗਏ ਨੇ ਕਿਸਾਨ ਮਾਰੂ ਕਾਨੂੰਨ, ਉਹਨਾਂ ਬਾਰੇ ਇਹਨਾਂ ਦੇ ਕੀ ਵਿਚਾਰ ਹਨ ਤੇ ਇਹ ਕੀ ਕਹਿਣਾ ਚਾਹੁੰਦੇ ਹਨ ਕਾਨੂੰਨਾਂ ਬਾਰੇ। ਕਿਉਂਕਿ ਇਸ ਜਿੱਥੇ ਸਿੱਖ ਭਾਈਚਾਰਾ ਜਾਂ ਹਿੰਦੂ ਭਾਈਚਾਰਾ ਇਸ ਸਮਰਥਨ ਦੇ ਰਿਹਾ, ਉੱਥੇ ਹੀ ਮੁਸਲਮਾਨ ਭਾਈਚਾਰਾ ਵੀ ਪੂਰਨ ਰੂਪ ਦੇ ਵਿੱਚ ਸਮਰਥਨ ਜਿਹੜਾ ਇਹ ਦੇ ਰਿਹਾ ਵਾ। ਤੁਹਾਡੇ ਨਾਲ ਅਸੀਂ ਗੱਲਬਾਤ ਕਰਵਾਉਂਦੇ ਆ ਕਿ ਇਹਨਾਂ ਦਾ ਕੀ ਕਹਿਣਾ ਇਸ ਬਾਰੇ। ਸਾਡੇ ਨਾਲ ਮੰਗੀ ਮਾਲ ਜੀ ਤੇ ਗੁਰਲੇਜ ਅਖਤਰ ਜੀ ਜੁੜੇ ਹੋਏ ਨੇ। ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿ ਜਿਹੜੇ ਕਾਨੂੰਨ ਪਾਸ ਕੀਤੇ ਗਏ ਇਹਨਾਂ ਬਾਰੇ ਇਹਨਾਂ ਦਾ ਕੀ ਕਹਿਣਾ। ਭਾਈ ਤੁਸੀਂ ਕੀ ਕਹੋਗੇ ਜਿਹੜੇ ਕਾਨੂੰਨ ਮਾਰੂ ਕਾਨੂੰਨ ਜਿਹੜੇ ਪਾਸ ਕੀਤੇ, ਜਿਹੜੇ ਮਾਰੂ ਕਾਨੂੰਨ ਪਾਸ ਕੀਤੇ ਆ ਹਜੂਮ ਦੇਖ ਲਓ ਮਗਰ ਆਉਂਦਾ, ਇਹ ਸਾਰਾ ਉਹਦੀ ਵਿਰੋਧਤਾ ਆ। ਤੇ ਜਿਹੜਾ ਦਿੱਲੀ ਵਿੱਚ ਜਾ ਕੇ ਬੈਠਾ ਆ, ਸਾਡੀਆਂ ਮਾਵਾਂ ਬੈਠੀਆਂ 80 ਸਾਲ ਦੀਆਂ, ਸਾਡੇ ਬਜ਼ੁਰਗ ਬੈਠੇ ਆ, ਇਹ ਇਕੱਲਾ ਕਿਸਾਨਾਂ ਦਾ ਨਹੀਂਗਾ, ਇਹ ਪੂਰੀ ਦੁਨੀਆ ਲਈ ਮਾਰੂ ਕਾਨੂੰਨ ਆ। ਇੰਨੇ ਟਾਈਮ ਤੋਂ ਜਿਹੜੀ ਦਿੱਲੀ ਬੰਦ ਪਈ ਆ, 1 ਹਫ਼ਤਾ ਤਕਰੀਬਨ ਹੋ ਚੁੱਕਿਆ ਵਾ, ਫਿਰ ਵੀ ਜਿਹੜਾ ਸੈਂਟਰ ਆ ਉਹ ਅੱਗੇ ਦੀ ਅੱਗੇ ਤਰੀਕਾ ਪਾਈ ਜਾ ਰਿਹਾ। ਇਹਦੇ ਬਾਰੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਮੋਦੀ ਨੇ ਪੰਡੀਆਂ ਪਾ ਕੇ ਲੋਕਾਂ ਨੂੰ ਜਾਤਾਂ ਮਜਹਬਾਂ ਦੇ ਨਾਂ ਤੇ ਲੜਾਇਆ। ਬॉलीवुड ਚ ਬੰਡੀ ਪਾਤੀ ਉਹ ਬੰਡੇ ਪਏ, ਤੁਸੀਂ ਮਦਰ ਮੀਡੀਆ ਜਿਹੜਾ ਉਹ 'ਚ ਵੀ ਪਾਤਾ ਆ ਪਾਠਕ ਉਹ ਵੀ ਬੰਡੇ ਪਏ। ਗੋਰਿਆਂ ਵਾਲੀ ਨੀਤੀ ਪੂਰੀ ਇਹਨਾਂ ਦੀ ਵੀ ਫੁੱਟ ਪਾਓ ਤੇ ਰਾਜ ਕਰੋ। ਅੱਜ ਹਰਿਆਣਾ ਭਰਾ ਬਣ ਕੇ ਛੋਟਾ ਸਾਡੇ ਨਾਲ ਪੰਜਾਬੀਆਂ ਦੇ ਤੁਰ ਪਿਆ। ਪੰਜਾਬ ਹਰਿਆਣਾ ਹੋ ਕੇ ਇਕੱਠੇ ਤੁਰ ਪਏ ਦੋ ਭਰਾ। ਤੇਰੀ ਹਿੱਕ ਤੇ ਦਿੱਲੀਏ ਨੱਚੇਂਗਾ, ਕਿਵੇਂ ਰੋਕੇਂਗੀ ਤੂੰ ਰਾਹ? ਤੇਰੀ ਹਿੱਕ ਤੇ ਦਿੱਲੀਏ ਨੱਚਾਂਗੇ। ਹੁਣ ਹਿੱਕ ਤੇ ਨੱਚਦੇ ਪੰਜਾਬੀ। ਜਿਹੜਾ ਇਹ ਆਪਣਾ ਨੈਸ਼ਨਲ ਮੀਡੀਆ ਵਾ ਇਹਦੇ ਵੱਲੋਂ ਇੱਕ ਇਹਨੂੰ ਆਪਣਾ ਸਿਆਸੀ ਰੰਗ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਖਾਲਿਸਤਾਨੀ ਰੰਗ ਦੇਣ ਦੀ ਕੋਸ਼ਿਸ਼। ਉਹਦੇ ਬਾਰੇ ਤੁਸੀਂ ਕੀ ਕਹੋਗੇ? ਸੁਣ ਯਾਰ, ਖਾਲਿਸਤਾਨੀ ਗੱਲ ਮੈਂ ਇੱਕ ਗੱਲ ਕਹਿਣਾ ਸੁਣ, ਭਗਤ ਸਿਆਂ ਸਰਦਾਰਾ ਸਾਨੂੰ ਨਹੀਂ ਮਿਲੀ ਆਜ਼ਾਦੀ, ਤੇ ਤੋਂ ਪਿੱਛੋਂ ਆਪਣਿਆਂ ਨੇ ਰੱਜ ਕੇ ਕਰੀ ਬਰਬਾਦੀ। ਬੇਰੁਜ਼ਗਾਰੀ, ਖਾ ਲਈ ਜ਼ੁਬਾਨੀ, ਸੜਕਾਂ ਤੇ ਰੁਲ ਗਈ ਕਿਸਾਨੀ। ਜੇ ਆਪਣਾ ਹੱਕ ਮੰਗਦੇ ਆ ਸਾਨੂੰ ਕਹਿੰਦੇ ਆ ਅੱਤਵਾਦੀ। ਸੁਣ ਭਗਤ ਸਿਆਂ ਸਰਦਾਰਾ ਸਾਨੂੰ ਨਹੀਂ ਮਿਲੀ ਆਜ਼ਾਦੀ, ਜੇ ਆਪਣੇ ਹੱਕ ਮੰਗਣਾ ਬਾਗੀ ਹੈ ਅੱਤਵਾਦੀ ਆ ਤਾਂ ਹਾਂ ਅਸੀਂ ਹਾਂ ਬਾਗੀ ਯਾਰ, ਅਸੀਂ ਆਪਣਾ ਹੱਕ ਮੰਗਦੇ ਆ। ਸਾਨੂੰ ਹੱਕ ਮੰਗਣ ਦਾ ਵੀ ਕੋਈ ਲੋਕਤੰਤਰ ਦੇ ਵਿੱਚ ਆਪਣਾ ਹੱਕ ਹੈ ਨਹੀਂ ਗਾ ਸਾਨੂੰ। ਗੁਰਲੇਜ ਜੀ ਤੋਂ ਗੱਲ ਉਹਨੇ ਇੱਕ ਜੀ ਅਸੀਂ ਤੁਹਾਡੇ ਨਾਲ ਕੰਗਣਾ ਰਣਾਵਤ ਬਾਰੇ ਗੱਲ ਕਰਾਂਗੇ ਕਿ ਕੰਗਣਾ ਰਣਾਵਤ ਨੇ ਇੱਕ ਟਵੀਟ ਕੀਤਾ ਸੀਗਾ ਕਿ ਜਿਹੜੀਆਂ ਸਾਡੀਆਂ ਮਾਵਾਂ ਭੈਣਾਂ ਇਸ ਧਰਨੇ ਤੇ ਆ ਰਹੀਆਂ ਵਾ, ਉਹ ਇੱਕ ਐਕਟਰ ਆ 100 ਰੁਪਏ ਦੇ ਵਿੱਚ ਆ ਰਹੀਆਂ ਵਾ। ਉਹ ਭਾਵੇਂ ਟਵੀਟ ਉਹਨੇ ਬਾਅਦ ਦੇ ਵਿੱਚ ਡਿਲੀਟ ਕਰਤਾ ਸੀਗਾ। ਇਹਦੇ ਬਾਰੇ ਤੁਸੀਂ ਕੀ ਕਹੋਗੇ? ਇਹ ਬਹੁਤ ਵੱਡੀ ਲਾਹਨਤ ਹੈ ਕੰਗਣਾ ਦੇ ਲਈ। ਉਹਨਾਂ ਦੇ ਰਿਵਾਜ ਹੋਣਾ, ਇਹਨੇ ਜਿਹੜਾ ਸਾਡੀਆਂ ਮਾਤਾਵਾਂ ਨੂੰ ਕਿਹਾ ਉਹਨਾਂ ਦੇ ਘਰਾਂ 'ਚ ਇਹ ਰਿਵਾਜ ਹੋਣਾ ਹੈ ਨਾ। 100 ਰੁਪਏ ਤੇ ਤੁਸੀਂ ਸਾਡੀ ਮਾਂ ਦੀ ਇਹ ਵੈਲਿਊ ਪਾ ਰਹੇ ਹੋ, ਆਪਣੀ ਮਾਂ ਦੀ ਤੁਸੀਂ ਇਹ ਕੀਮਤ ਪਾ ਰਹੇ ਹੋ। ਇਹ ਜਦੋਂ ਇਹ ਨਾ ਤਾਂ ਇਹ ਮਾਂ ਬਣੀ ਆ ਤੇ ਨਾ ਮੇਰੇ ਖਿਆਲ ਦੇ ਵਿੱਚ ਇਹਨੇ ਬਣਨਾ ਹੈ, ਠੀਕ ਹੈ। ਇਦਾਂ ਦੀਆਂ ਮਾਵਾਂ ਕਦੇ ਬਣ ਨਹੀਂ ਸਕਦੀਆਂ ਜਿਹਨੇ ਮਾਂ ਦਾ ਨਿੱਘ ਹੀ ਨਹੀਂ ਲਿਆ, ਮਾਂ ਦੀ ਗੋਦ ਦਾ ਨਿੱਘ ਨਹੀਂ ਲਿਆ। ਜੇ ਨਿੱਘ ਲਿਆ ਹੁੰਦਾ ਤੇ ਉਹ ਜ਼ਰੂਰ ਸੋਚਦੀ ਬੋਲਣ ਲੱਗਿਆ ਕਿ ਮੈਂ 80 ਸਾਲ ਦੀ ਬਜ਼ੁਰਗ ਮਾਤਾ ਦੇ ਲਈ ਐਡਾ ਘਟੀਆ ਲਫ਼ਜ਼ ਵਰਤ ਰਹੀ ਆ। ਲਾਹਨਤ ਹੈ ਕੰਗਣਾ ਲਈ। ਇੱਕ ਉਹ ਜਿਹੜਾ ਸਪਾਈਡਰਮੈਨ ਬਣਦਾ ਹੁੰਦਾ ਆ, ਉਹ ਵੀ ਬਕਵਾਸ ਕਰਦਾ। ਉਹਨੂੰ ਕਹਿ ਇੱਥੇ ਇੱਕ ਗੇੜਾ ਦੇ ਕੇ ਦੇਖ ਸਪਾਈਡਰਮੈਨ ਵਾਲਾ, ਜੇ ਤੈਨੂੰ ਲੱਤ ਤੇ ਲੱਤ ਰੱਖ ਕੇ ਨਾ ਪੰਜਾਬੀਆਂ ਨੇ ਚੀਰਤਾ। ਲੱਖ ਲਾਂਤ ਯਾਰ ਤੁਹਾਡੇ। ਸਿਆਸਤ ਕਰਨੀ ਕਿਸੇ ਹੋਰ ਮੁੱਦਿਆਂ ਤੇ ਕਰ ਲਓ ਤੁਸੀਂ। ਇਹ ਤਾਂ ਖਾਂਦੇ ਤੇ ਆਨੀ ਆ ਨਾ। ਇਹ ਸਨ ਮੰਗੀ ਮਾਲ ਜੀ ਤੇ ਗੁਰਲੇਜ ਅਖਤਰ ਜੀ, ਜਿਨ੍ਹਾਂ ਦਾ ਇਹਨਾਂ ਨੇ ਬਹੁਤ ਕਰੜੇ ਸ਼ਬਦਾਂ ਦੇ ਵਿੱਚ ਕੰਗਣਾ ਰਣਾਵਤ ਨੂੰ ਜਿਹੜਾ ਕਿਹਾ ਹੈ ਕਿ ਉਹਨਾਂ ਦੇ ਇਹੋ ਜਿਹੇ ਚਲਨ ਹੋਣਗੇ ਕਿ ਜਿਹੜੇ 100 ਰੁਪਏ ਦੇ ਵਿੱਚ ਸਾਡੀਆਂ ਮਾਵਾਂ ਧੀਆਂ ਨੂੰ ਇਹੋ ਜਿਹੀਆਂ ਗੱਲਾਂ ਕਰ ਰਹੇ ਆ। ਤੇ ਜਿਹੜੇ ਸਰਕਾਰ ਬਾਰੇ ਉਹਨਾਂ ਨੇ ਇਹ ਗੱਲ ਕੀਤੀ ਆ ਕਿ ਸਰਕਾਰ ਨੂੰ ਚਾਹੀਦਾ ਵਾ ਕਿ ਜਿਹੜੇ ਕਾਨੂੰਨ ਪਾਸ ਕੀਤੇ ਇਹਨਾਂ ਨੂੰ ਵਾਪਸ ਲਿਆ ਜਾਵੇ ਤੇ ਕਿਸਾਨਾਂ ਦੀ ਗੱਲ ਸੁਣੀ ਜਾਵੇ। ਸਹੀ ਸਵਾਗਤ ਹੈ ਤੁਹਾਡਾ ਪ੍ਰਾਈਮ ਮੋਦੀ ਵੱਲੋਂ ਬਹੁਤ ਬਹੁਤ।
थैंक यू जी। ਜਿਹੜਾ ਇਹ ਕਾਲਾ ਕਾਨੂੰਨ ਪਾਸ ਕੀਤਾ ਗਿਆ ਵਾ, ਤੁਸੀਂ ਅੱਜ ਕੈਂਡਲ ਮਾਰਚ ਕਰ ਰਹੇ ਹੋ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਤੇ ਇਹਦੇ ਤੜ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਇਹਦੇ ਬਾਰੇ ਸਿਰਫ ਇਹੀ ਕਹਿਣਾ ਚਾਹਾਂਗੇ ਕਿ ਜਿਹੜਾ ਬਿੱਲ ਪਾਸ ਹੋਇਆ ਹੈ ਉਹਨੂੰ ਕੈਨਸਲ ਕੀਤਾ ਜਾਵੇ। ਕਿਸਾਨਾਂ ਦੀਆਂ ਮੰਗਾਂ ਪੂਰੀ ਅੱਛੇ ਤਰੀਕੇ ਨਾਲ ਬਾਅਦਬ ਮੰਨੀਆਂ ਜਾਣ ਔਰ ਤਾਂ ਇਹ ਪ੍ਰੋਟੈਸਟ ਬੰਦ ਹੋਣਗੇ, ਵਰਨਾ ਨਹੀਂ ਬੰਦ ਹੋਣਗੇ। ਮਰਦੇ ਦਮ ਤੱਕ ਨਹੀਂ ਬੰਦ ਹੋਣਗੇ, ਮਰਨੋਂ ਮਰ ਜਾਾਂਗੇ। ਕਿਸਾਨਾਂ ਨੇ ਦਿੱਲੀ ਸਾਰੀ ਬੰਦ ਕਰਤੀ ਆ, ਸੈਂਟਰ ਸਰਕਾਰ ਅਜੇ ਵੀ ਪਹਿਲਾਂ 3 ਤਰੀਕ ਪਾਈ ਸੀ, ਮੁੜ ਕੇ 5 ਪਾਤੀ। ਇਹਨੂੰ ਤੁਸੀਂ ਕਿੱਦਾਂ ਦੇਖ ਰਹੇ ਹੋ? ਤਰੀਕਾਂ ਜਿੰਨੀਆਂ ਮਰਜ਼ੀ ਪਾਈ ਜਾਣ ਭਾਜੀ, ਜਦ ਤੱਕ ਇਤਿਹਾਸਿਕ ਤਰੀਕ ਨਹੀਂ ਨਾ ਆਏਗੀ ਤਦ ਤੱਕ ਇਹ ਸਾਰਾ ਕੁਝ ਬੰਦ ਨਹੀਂ ਹੋਏਗਾ। ਜਿਹੜਾ ਪੰਜਾਬੀ ਆਪਣਾ ਪੰਜਾਬ ਦਾ ਮੀਡੀਆ ਇਹ ਆਪਣੇ ਕਿਸਾਨਾਂ ਦੀ ਗੱਲ ਘਰ ਬੈਠੇ ਪੰਜਾਬੀਆਂ ਤੱਕ ਰੱਖ ਰਿਹਾ, ਜੇ ਕਿ ਜਿਹੜਾ ਨੈਸ਼ਨਲ ਮੀਡੀਆ ਵਾ ਉਹ ਇਹਨੂੰ ਇੱਕ ਵੱਖਰਾ ਹੀ ਰੰਗ ਦੇਣ ਦੇ ਵਿੱਚ ਇਹਦੀ ਕਮੀਆਂ ਲੱਭ ਕੇ ਜਾਂ ਖਾਲਿਸਤਾਨੀ ਰੰਗ ਦੇਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਭਾਜੀ ਉਹਦੇ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਤੁਸੀਂ ਆਪ ਖੁਦ ਮੀਡੀਆ ਵਾਲੇ ਹੋ ਹਨਾ, ਤੇ ਉਹ ਆਪਣੀ ਸੁਣਾ ਰਹੇ ਨੇ, ਪਰ ਅਸੀਂ ਆਪਣੀ ਸੁਣਾਉਣੀ ਹੈ। ਅਸੀਂ ਜੋ ਸਾਡਾ ਹੱਕ ਹੈ, ਜੋ ਕਿਸਾਨਾਂ ਵਾਸਤੇ ਇਹਨਾਂ ਨੇ ਕਾਨੂੰਨ ਲਾਗੂ ਕੀਤੇ ਨੇ, ਜੋ ਬਿੱਲ ਪਾਸ ਹੋਇਆ, ਬਸ ਉਹ ਕੈਨਸਲ ਹੋਣਾ ਚਾਹੀਦਾ ਔਰ ਕਿਸਾਨ ਨੂੰ ਉਹਦਾ ਬਣਦਾ ਵਾਜਬ ਹੱਕ ਮਿਲਣਾ ਚਾਹੀਦਾ। ਇਹੀ ਸਾਡੀ ਮੰਗ ਹੈ, ਹੋਰ ਤਾਂ ਕੁਝ ਮੰਗਿਆ ਹੀ ਨਹੀਂ। ਤੁਸੀਂ ਇੱਕ ਬਹੁਤ ਵਧੀਆ ਸੀਨੀਅਰ ਕਲਾਕਾਰ ਹੋ, ਬਾਲੀਵੁੱਡ ਵੀ ਤੁਹਾਡੀ ਵਧੀਆ ਹੈਗੀ ਆ। ਜਿਹੜੇ ਕੰਗਨਾ ਰਾਵਤ ਨੇ ਇੱਕ ਟਵੀਟ ਕੀਤਾ ਸੀਗਾ ਆਪਣੀਆਂ ਬੀਬੀਆਂ ਭੈਣਾਂ ਵਾਸਤੇ ਕਿ ਇੱਕ ਕਲਾਕਾਰ ਆ ਭਾਜੀ ਮਾਂ ਦੀ ਗੱਲ ਤਾਂ ਅਸੀਂ ਸੁਣੀ ਨਹੀਂ ਨਾ ਸਕਦੇ। ਉਹ ਸਾਡਾ ਦਲਜੀਤ ਵੀਰਾ ਉਹ ਲੱਗਿਆ ਪਿਆ, ਅਸੀਂ ਉਹਦੇ ਨਾਲ ਆ। ਕੰਗਣਾ ਰਣੌਤ ਨੂੰ ਸਟਾਰ ਵੀ ਪੰਜਾਬੀਆਂ ਨੇ ਬਣਾਇਆ ਹੈਨਾ, ਤੇ ਉਹਨੂੰ ਬੀਬੀ ਭੈਣ ਨੂੰ ਮੇਰੀ ਨੂੰ ਇਹ ਥੋੜੀ ਜਿਹੀ ਅਕਲਮਤ ਹੋਣੀ ਚਾਹੀਦੀ ਆ ਵੀ ਕਿ ਆਪਣੀ ਬਰਾਦਰੀ ਨਾਲ ਕਿੱਦਾਂ ਬਿਹੇਵ ਕਰੀਦਾ। ਉਹ ਵੀ ਇੱਕ ਔਰਤ ਹੈ, ਉਹਨੇ ਵੀ ਕੱਲ ਨੂੰ ਵਿਆਹ ਕਰਨਾ, ਉਹਦਾ ਵੀ ਕੱਲ ਨੂੰ ਵਿਆਹ ਹੋਏਗਾ ਜਾਂ ਉਹਦੇ ਵੀ ਬੱਚੇ ਹੋਣਗੇ, ਉਹਨੂੰ ਫਿਰ ਪਤਾ ਲੱਗੇਗਾ ਮਾਂ ਕੀ ਚੀਜ਼ ਹੈ। ਜਿਹੜਾ ਉਹਨੇ ਮਾਂ ਬਾਰੇ ਕੁਝ ਕਿਹਾ ਹੈ, ਮੇਰੀ ਗੁਜ਼ਾਰਿਸ਼ ਹੈ ਕਿ ਇਦਾਂ ਦੀ ਲਫ਼ਜ਼ ਕਲਾਕਾਰ ਨੂੰ ਤੇ ਫਿਲਮ ਸਟਾਰ ਨੂੰ ਨਹੀਂ ਬੋਲਣੇ ਚਾਹੀਦੇ। ਉਹਨੂੰ ਤਾਂ ਬਹੁਤ ਅੱਛੇ ਤਰੀਕੇ ਨਾਲ ਬੜੇ ਪਿਆਰੇ ਲਫ਼ਜ਼ਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਨਾ। ਮੇਰੀ ਬੇਨਤੀ ਹੈ ਕੰਗਣਾ ਜੀ, ਕਦੀ ਕਦੀ ਅੱਛਾ ਵੀ ਬੋਲਿਆ ਕਰੋ ਕੁਛ, ਤੁਹਾਡੀ ਮਿਹਰਬਾਨੀ। ਸਲੀਮ ਜੀ ਇੱਕ ਛੋਟਾ ਜਿਹਾ ਹੋਰ ਕਿ ਸਾਰੇ ਕਲਾਕਾਰ ਉੱਥੇ ਕਿਸਾਨਾਂ ਨੂੰ ਉਤਸ਼ਾਹਿਤ ਕਰ ਰਹੇ ਨੇ, ਤੇ ਸਲੀਮ ਜੀ ਕਦੋਂ ਉੱਥੇ ਜਾ ਰਹੇ ਨੇ ਤੇ ਕਿਹੜੇ ਮੌਕੇ ਜਾ ਰਹੇ ਨੇ? ਅਸੀਂ ਬਿਲਕੁਲ ਨਾਲ ਆ ਜੀ। ਜਦੋਂ ਅੰਦੋਲਨ ਸ਼ੁਰੂ ਹੀ ਹੋਇਆ ਸੀ ਦੁਆਬੇ ਤੋਂ, ਅਸੀਂ ਸ਼ੁਰੂ ਕੀਤਾ ਅੰਦੋਲਨ। ਮੈਂ, ਮੰਗੀ ਮਾਲ ਭਾਜੀ, ਗੁਰਲੇਜ਼ ਅਖਤਰ ਕੈਲੀ ਸਾਹਿਬ, ਦੀਪਕ ਬਾਲੀ ਸਾਹਿਬ, ਅਸੀਂ ਸ਼ੁਰੂ ਕੀਤਾ ਅੰਦੋਲਨ ਇੱਥੋਂ ਜਲੰਧਰ ਤੋਂ ਦੁਆਬੇ ਦਾ। ਤੇ ਮੰਗੀ ਹੋਰੀ ਗਏ ਹੋਏ ਆ। ਮੇਰੀ ਥੋੜੀ ਤਬੀਅਤ ਨਹੀਂ ਸੀ ਠੀਕ, ਮੇਰੀ ਥੋੜੀ ਬੈਕ ਪ੍ਰੋਬਲਮ ਸੀ, ਮੈਂ ਡਿੱਗ ਪਿਆ ਸੀ ਪੌੜੀਆਂ ਤੋਂ ਤੇ ਮੈਂ ਉੱਠ ਨਹੀਂ ਸੀ ਪਾ ਰਿਹਾ। ਹੁਣ ਮੈਂ ਉੱਠ ਪਿਆ ਤੇ ਹੁਣ ਫਿਰ ਉੱਠ ਪਿਆ, ਨਾਲ ਹੀ ਆ। ਹੁਣ ਜਾ ਵੜਾਂਗੇ, ਮੱਥੇ 'ਚ ਵੱਜਾਂਗੇ ਦਿੱਲੀ ਦੇ। ਐਸੀ ਕੋਈ ਗੱਲ ਨਹੀਂ। ਬਾਬਾ ਠਾਂਗੇ ਇਹ ਸੀ ਜੀ ਮਾਸਟਰ ਸਲੀਮ ਜੀ, ਜਿਨ੍ਹਾਂ ਦਾ ਕੰਗਣਾ ਨੂੰ ਕਹਿਣਾ ਵਾ ਕਿ ਜਿਹੜਾ ਆਪਣੇ ਲੇਡੀਜ਼ ਬਾਰੇ ਜਿਹੜਾ ਸਹੀ ਨਹੀਂ ਗੱਲ ਕਰ ਸਕਦੀ, ਉਹਨੂੰ ਗੱਲ ਕਰਨ ਦਾ ਕੋਈ ਹੱਕ ਨਹੀਂ ਹੈਗਾ। ਦੂਸਰਾ ਉਹਨਾਂ ਨੇ ਸਰਕਾਰ ਨੂੰ ਇਹ ਮੰਗ ਕੀਤੀ ਹੈ ਕਿ ਇਹ ਜਿਹਾ ਕਾਲਾ ਕਾਨੂੰਨ ਜਿਹੜਾ ਇਹਨੂੰ ਵਾਪਸ ਲਿਆ ਜਾਵੇ, ਤਾਂ ਹੀ ਇਹ ਜਿਹੜੇ ਅਸੀਂ ਪਿੱਛੇ ਹਟਾਂਗੇ, ਤਾਂ ਹੀ ਜਿਹੜੇ ਕਲਾਕਾਰ ਉਹ ਪਿੱਛੇ ਹਟਣਗੇ, ਜਾਂ ਆਮ ਜਿਹੜਾ ਸਮਾਜ ਭਾਈਚਾਰਾ ਲੋਕ ਆ ਉਹ ਪਿੱਛੇ ਹਟਣਗੇ। ਜਿੰਨਾ ਚਿਰ ਤੱਕ ਇਹ ਕਾਲੇ ਕਾਨੂੰਨ ਵਾਪਸ ਨਹੀਂ ਲਿਆਏ ਜਾਣਗੇ, ਉਹਨਾਂ ਚਿਰ ਤੱਕ ਹਰ ਪੰਜਾਬੀ ਉੱਥੇ ਡਟਿਆ ਰਹੇਗਾ। ਬਹੁਤ ਬਹੁਤ ਧੰਨਵਾਦ। ਜਿਹੜਾ ਕਿਸਾਨਾਂ ਦੇ ਕਾਲਾ ਕਾਨੂੰਨ ਪਾਸ ਕੀਤਾ ਗਿਆ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ये बहुत गलत कानून है, बहुत गलत है। किसान के लिए, हर हिंदुस्तान के लिए कानून गलत है, रोजगार के लिए गलत है, और ये कानून किसान को बिल्कुल जान माल से मार देगा। नेशनल मीडिया इसको किसी और तरह से दिखा रहा है, खालिस्तान की एक मतलब कि वो दिखाने की कोशिश कर रहा है कि ਜਿਹੜੇ ਵੀ ਖਾਲਿਸਤਾਨੀ ਹੈ। ਪਰ ਜਦੋਂ ਇੱਥੇ ਆਪਾਂ ਸਾਰੇ ਇਕੱਠੇ ਹੁੰਦੇ ਆ, ਪਤਾ ਲੱਗਦਾ ਹੈ ਕਿ ਹਿੰਦੂ ਮੁਸਲਿਮ ਸਿੱਖ ਈਸਾਈ ਸਭ ਇੱਕ ਆ। ਤੇ ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ? जो मीडिया ये सब बातें कर रहा है वो सब गोदी मीडिया है। जो दिल और ईमान से और सच्चाई मीडिया पर जो बात दिखा रहा है वो कभी ऐसा नहीं दिखा रहा है। आप इस मार्च में देख लो, हिंदू मुस्लिम सिख ईसाई सब हैं। यहाँ से आप दिल्ली तक जाओ, दिल्ली में कितने लंगर मुस्लिमों के लगे हुए हैं, कितने हिंदुओं के लगे हुए हैं, कितने सिखों के लगे हुए हैं, ये तो आपको वहाँ जाके पता चले। और ये काला कानून पास करने की पूरी साजिश है। लेकिन इस बार जो गले में रस्सी डाल दी मोदी साहब के कि ये कानून पास नहीं होगा। ਤੁਸੀਂ ਕੀ ਮੰਗ ਕਰਦੇ ਆ ਜਿਹੜੀ ਸੈਂਟਰ ਸਰਕਾਰ ਤੋਂ? आम आदमी को जीने का अधिकार दे, जीने का अधिकार छोड़ दिया, रोजगार खत्म कर दिए, और ऐसे ऐसे कानून पास करके जीएसटी नोटबंदी और ये काले कानून पास करके एनआरसी एनसीए पास करके ये सारे हिंदुस्तान को बर्बाद करने की साजिश है। ये अगर हालात 10-15 साल बाद देखना ही गुलाम होगा देश। लेकिन हर हिंदुस्तानी को इसमें जागना पड़ेगा और जान माल से चलना पड़ेगा। बहुत बहुत शुक्रिया। इस तरीके के कानून बनाए जा रहे हैं देश को बर्बाद करने के लिए, और ये है कि देश के अंदर एक उथल पुथल। अब किसानों को जो लेट किया जा रहा है आज इस वक्त के अंदर, सिर्फ इनके चाहते हैं कि किसान थक जाएं
और थक करके वापस चले जाए। ऐसे ही इन्होंने एनआरसी के उसमें भी किया था, बातचीत करने के लिए कोई नहीं आता, हर रोज ये नया नया बहाना टक करके टाल देते हैं। और ये लेकिन इनको ये नहीं पता कि अब देश जो है जाग चुका है, अब वो जाग चुका है। अब इनको जो है ये इनको फिरका परस्ती की ताकत या ये जो पूंजीपतियों को जो बनाना चाहते हैं, आज किसान की जमीनें लेकर हड़पना चाहते हैं, या देश के और भी लोगों की जमीनें हड़पना चाहते हैं, अब ये इनके मंसूबे कामयाब होने वाले नहीं है। क्योंकि अब ये आवाज जो है बहुत ऊंची आवाज बन चुकी है, पूरे हिंदुस्तान की आवाज बन चुकी है। अब ये समझने वाले नहीं है, देश का हर नागरिक समझ चुका है इनकी चालों को। अब वो कामयाब होगा और हमारा देश फिर से एकता और अखंडता जो हमारे देश की है, पहचान है हमारी हिंदू मुस्लिम सिख ईसाई, उसको जो है फिर से मजबूत होने जा रही है। और ये एक अच्छा मैसेज है और ये घबराना नहीं है हमने इससे, ये लड़े जितनी मर्जी दूर तक जाए, हम इनके साथ लड़ते रहेंगे और हमेशा लड़ते रहेंगे। थैंक यू। मैं परमिंदरजीत ਸਿੰਘ ਗੋਗਨਾ, ਤੁਸੀਂ ਦੇਖ ਰਹੇ ਹੋ ਪ੍ਰਾਈਮ ਉਹਦੇ। ਬਹੁਤ ਬਹੁਤ ਧੰਨਵਾਦ।